ਮਾਂ ਗਾਇਤਰੀ ਸਿਰਫ ਲੋਕ ਹੀ ਨਹੀਂ ਦਿੰਦੀ ਪਰਲੋਕ ਵੀ ਦਿੰਦੀ ਹੈ। ਲੋਕ ਪਰਲੋਕ ਦੋਨਾਂ ਦਾ ਸੁਧਾਰ ਕਰਦੀ ਹੈ। ਆਤਮਾ ਨੂੰ ਪਵਿੱਤਰ ਕਰਨ ਵਾਲੀ ਮਾਤਾ ਆਯੂ, ਪ੍ਰਾਣ, ਪ੍ਰਜਾ, ਪਸ਼ੂ, ਪ੍ਰਸਿੱਧੀ, ਧਨ ਸੰਪੱਤੀ, ਸੰਤਾਨ, ਬੇਟੇ ਬੇਟੀਆਂ, ਮੋਟਰਾਂ ਆਦਿ ਸਭ ਕੁਝ ਦੇਣ ਤੋਂ ਬਾਅਦ ਮਾਤਾ ਨੇ ਕਿਹਾ, ਸਭ ਨੂੰ ਲੱਤ ਮਾਰੋ, ਮੇਰੇ ਨਾਲ ਆਓ, ਮੈਂ ਤੁਹਾਨੂੰ ਬ੍ਰਹਮ ਲੋਕ ਲੈ ਜਾਵਾਂਗੀ। ਸਭ ਨੂੰ ਛੱਡ ਕੇ ਮੈਂ ਗੇਰੂਏ ਕੱਪੜੇ ਪਹਿਨ ਕੇ ਮਾਂ ਦੇ ਦਰਸਾਏ ਮਾਰਗ ਤੇ ਚੱਲ ਪਿਆ। ਮਹਾਤਮਾ ਆਨੰਦ ਸਵਾਮੀ। ਪੁਸਤਕ ਦਾ ਨਾਮ ਗਾਇਤਰੀ ਦੇ ਪ੍ਰਤੱਖ ਚਮਤਕਾਰ। ਪੁਸਤਕ ਦੀ ਜਾਣਕਾਰੀ। ਜੇ ਅਸੀਂ ਮੰਨਦੇ ਹਾਂ ਕਿ ਈਸ਼ਵਰ ਸਾਡਾ ਪਿਤਾ ਹੈ ਤਾਂ ਅਸੀਂ ਉਸਦੇ ਪੁੱਤਰ ਹੋਣ ਦੇ ਕਾਰਨ ਉਸਦੇ ਸਾਰੇ ਗੁਣ ਆਪਣੇ ਨਾਲ ਲੈ ਕੇ ਧਰਤੀ ਤੇ ਆਏ ਹਾਂ। ਫਿਰ ਕੀ ਕਾਰਨ ਹੈ ਕਿ ਸਾਡੀ ਜੀਵਨ ਯਾਤਰਾ ਦੁੱਖਾਂ, ਤਕਲੀਫਾਂ ਤੇ ਕਠਿਨਾਈਆਂ ਤੋਂ ਭਰੀ ਹੋਈ ਹੈ? ਅਸੀਂ ਹਨੇਰੇ ਵਿੱਚ ਕਿਉਂ ਡੁੱਬੇ ਹੋਏ ਹਾਂ? ਦੁੱਖ ਭਾਵੇਂ ਵਿਅਕਤੀਗਤ ਹੋਣ ਜਾਂ ਸਮੂਹਿਕ, ਉਹਨਾਂ ਦਾ ਇੱਕੋ ਹੁੰਦਾ ਹੈ, ਕੁਬੁੱਧੀ। ਜਦੋਂ ਦੁਰਬੁੱਧੀ ਕਿਸੇ ਦੇ ਦ੍ਰਿਸ਼ਟੀਕੋਣ, ਵਿਚਾਰ ਪ੍ਰਵਾਹ ਨੂੰ ਵਿਗਾੜ ਦਿੰਦੀ ਹੈ, ਉਦੋਂ ਭਾਵੇਂ ਉਹ ਕੁਬੇਰ ਵਰਗਾ ਅਮੀਰ ਜਾਂ ਇੰਦਰ ਵਰਗਾ ਸ਼ਕਤੀ ਸੰਪੰਨ ਹੀ ਕਿਉਂ ਨਾ ਬਣ ਜਾਵੇ, ਉਹ ਕਦੇ ਦੁੱਖਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ। ਦੁੱਖਾਂ ਦੇ ਇਸ ਅੰਧਕਾਰ ਤੋਂ ਅਸੀਂ ਕਿਵੇਂ ਨਿਕਲੀਏ? ਇਕੱਲੇ ਗਾਇਤਰੀ ਮੰਤਰ ਵਿੱਚ ਹੀ ਉਹ ਸ਼ਕਤੀ ਹੈ ਜੋ ਕੁਬੁੱਧੀ ਦੀ ਰਾਖ ਨੂੰ ਦੂਰ ਕਰਕੇ ਸਾਨੂੰ ਸਹੀ ਮਾਰਗ ਵੱਲ ਪ੍ਰੇਰਿਤ ਕਰਦੀ ਹੈ। ਗਾਇਤਰੀ ਮਹਾਮੰਤਰ ਦੀ ਰਚਨਾ ਅਜਿਹੇ ਵਿਗਿਆਨਕ ਆਧਾਰ ਤੇ ਹੋਈ ਹੈ ਕਿ ਜਿਸ ਦੀ ਸਾਧਨਾ ਤੋਂ ਆਪਣੇ ਅੰਦਰ ਛੁਪੀ ਹੋਈਆਂ ਅਨੇਕਾਂ ਗੁਪਤ ਸ਼ਕਤੀਆਂ ਦੇ ਕੇਂਦਰ ਖੁੱਲ੍ਹ ਜਾਂਦੇ ਹਨ ਅਤੇ ਸਥਾਨ ਵਿੱਚ ਸਾਤਵਿਕਤਾ ਦਾ ਸਰੋਤ ਵਹਿਣ ਲੱਗਦਾ ਹੈ। ਸਾਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਦੇਵੀ ਦੇਵਤੇ ਸਾਡੇ ਨਿੱਜੀ ਕੰਮਾਂ ਵਿੱਚ ਇੰਨੀ ਦਿਲਚਸਪੀ ਨਹੀਂ ਲੈ ਸਕਦੇ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਸਮਰੱਥਾ ਸਾਡੇ ਆਪਣੇ ਅੰਦਰ ਦੇ ਦੇਵਤਾ ਵਿੱਚ ਹੀ ਹੁੰਦੀ ਹੈ ਅਤੇ ਉਸਨੂੰ ਗਾਇਤਰੀ ਅਨੁਸ਼ਠਾਨ ਰਾਹੀਂ ਅਤੇ ਗਤੀਸ਼ੀਲ ਬਣਾ ਕੇ ਆਪਣੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਅਤੇ ਦੁੱਖਾਂ ਨੂੰ ਦੂਰ ਕਰ ਸਕਦੇ ਹਾਂ। ਗਾਇਤਰੀ ਉਪਾਸਨਾ ਦੇ ਲਾਭ। ਗਾਇਤਰੀ ਉਪਾਸਨਾ ਤੋਂ ਭੀਤਰੀ ਜੀਵਨ ਵਿੱਚ ਸੁੱਤੀ ਪਈਆਂ ਬਹੁਤ ਮਹੱਤਵਪੂਰਨ ਸ਼ਕਤੀਆਂ ਜਾਗ੍ਰਿਤ ਹੋ ਜਾਂਦੀਆਂ ਹਨ। ਗਾਇਤਰੀ ਸਾਧਨਾ ਤੋਂ ਆਤਮ ਬਲ ਵੱਧਦਾ ਹੈ। ਗਾਇਤਰੀ ਉਪਾਸਕ ਵਿੱਚ ਤੇਜ ਦਾ ਵਾਧਾ ਹੁੰਦਾ ਹੈ। ਤੇਜਸਵੀ ਅਤੇ ਮਨਸਵੀ ਵਿਅਕਤੀ ਕੁਦਰਤੀ ਤੌਰ ਤੇ ਹਰ ਪਾਸੇ ਸਫਲਤਾ ਪ੍ਰਾਪਤ ਕਰਦਾ ਰਹਿੰਦਾ ਹੈ। ਗਾਇਤਰੀ ਉਪਾਸਨਾ ਤੋਂ ਮਾਨਸਿਕ ਚੁੰਬਕ ਤੱਤ ਸਰਗਰਮ ਹੋ ਜਾਂਦੇ ਹਨ। ਉਪਾਸਨਾ ਦੁਆਰਾ ਮਨੋਬਲ ਵਧਾਉਣ ਨਾਲ ਅਜਿਹੀ ਵਿਦਿਅਤ ਧਾਰਾ ਅੰਦਰੂਨੀ ਮਨ ਦੇ ਖੇਤਰਾਂ ਵਿੱਚ ਗਤੀਸ਼ੀਲ ਹੋ ਜਾਂਦੀ ਹੈ। ਇਸ ਨਾਲ ਉਹ ਪ੍ਰਾਪਤੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਆਮ ਤੌਰ ਤੇ ਸਿੱਧੀਆਂ ਜਾਂ ਵਿਭੂਤੀਆਂ ਜਾਂ ਦੈਵੀ ਸਹਾਇਤਾ ਕਿਹਾ ਜਾ ਸਕਦਾ ਹੈ। ਗਾਇਤਰੀ ਉਪਾਸਨਾ ਮਨੁੱਖ ਨੂੰ ਅੰਦਰੂਨੀ ਅਤੇ ਬਾਹਰੀ ਦੋਹਾਂ ਹੀ ਦ੍ਰਿਸ਼ਟੀ ਪੱਖੋਂ ਸਮਰਿੱਧ ਅਤੇ ਖੁਸ਼ਹਾਲ ਬਣਾਉਂਦੀ ਹੈ, ਜਿਸ ਨਾਲ ਉਹ ਜੀਵਨ ਵਿੱਚ ਵੱਡੀਆਂ ਰੁਕਾਵਟਾਂ ਆਉਣ ਦੇ ਬਾਵਜੂਦ ਵੀ ਸਥਿਰ ਬਣਿਆ ਰਹਿੰਦਾ ਹੈ। ਸਭ ਤੋਂ ਆਸਾਨ ਅਤੇ ਸਰਵ ਉਪਯੋਗੀ ਗਾਇਤਰੀ ਮੰਤਰ ਦੇ ਪ੍ਰਤੱਖ ਚਮਤਕਾਰਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੈ ਪੁਸਤਕ, ਜਿਸ ਵਿੱਚ ਲੇਖਕ ਨੇ ਕਈ ਮਹਾਂਪੁਰਖਾਂ ਦੇ ਜੀਵਨ ਦੇ ਉਦਾਹਰਨਾਂ ਰਾਹੀਂ, ਕਹਾਣੀਆਂ ਰਾਹੀਂ ਦੱਸਿਆ ਹੈ ਕਿ ਕਿਵੇਂ ਗਾਇਤਰੀ ਮੰਤਰ ਨਾਲ ਉਹਨਾਂ ਦੇ ਜੀਵਨ ਵਿੱਚ ਪਰਿਵਰਤਨ ਹੋਇਆ। ਇਸੇ ਤਰ੍ਹਾਂ ਸਾਡੇ ਜੀਵਨ ਵਿੱਚ ਵੀ ਹੋ ਸਕਦਾ ਹੈ, ਕਿਉਂਕਿ ਇਸ ਦੀ ਸਾਧਨਾ ਕਦੇ ਅਸਫਲ ਨਹੀਂ ਹੁੰਦੀ ਅਤੇ ਤੁਰੰਤ ਲਾਭ ਦਿੰਦੀ ਹੈ। ਪੁਸਤਕ ਦੇ ਕੁਝ ਅੰਸ਼। ਮਸਤਕ ਸੱਚਮੁੱਚ ਇੱਕ ਜਾਦੂ ਦਾ ਪਿਟਾਰਾ ਹੈ। ਇਸ ਵਿੱਚ ਸੋਚਣ ਸਮਝਣ ਦੀ ਸਮਰੱਥਾ ਤਾਂ ਹੈ ਹੀ, ਨਾਲ ਹੀ ਉਸ ਵਿੱਚ ਅਜਿਹੇ ਚੁੰਬਕੀ ਤੱਤ ਆਕਾਸ਼ ਵਿੱਚ ਘੁੰਮਣ ਵਾਲੀਆਂ ਅਦਭੁਤ ਸਿੱਧੀਆਂ, ਵਿਭੂਤੀਆਂ ਅਤੇ ਸਫਲਤਾਵਾਂ ਨੂੰ ਆਪਣੇ ਵੱਲ ਖਿੱਚ ਕੇ ਆਕਰਸ਼ਿਤ ਕਰ ਸਕਦਾ ਹੈ। ਸੂਖਮ ਜਗਤ ਵਿੱਚ ਆਪਣੇ ਅਨੁਕੂਲ ਵਾਤਾਵਰਣ ਬਣਾ ਸਕਦੇ ਹਨ। ਜਿਨ੍ਹਾਂ ਵਿਅਕਤੀਆਂ ਦੇ ਨਾਲ ਆਪਣੀ ਇੱਛਾਵਾਂ ਜੁੜੀਆਂ ਹੁੰਦੀਆਂ ਹਨ, ਉਹਨਾਂ ਤੇ ਅਜਿਹਾ ਪ੍ਰਭਾਵ ਪਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ ਆਪਣੇ ਅਨੁਕੂਲ ਗਤੀਵਿਧੀਆਂ ਅਪਣਾਉਣੀਆਂ ਪੈਣ। ਵੇਦਾਂ ਦੀ ਸਭ ਰਿਚਾਵਾਂ ਨੂੰ ਸਿਰਫ ਗਾਇਤਰੀ ਦੀ ਵਿਆਖਿਆ ਕਿਹਾ ਜਾਵੇ ਤਾਂ ਕੋਈ ਹੈਰਾਨੀ ਨਹੀਂ। ਗਾਇਤਰੀ ਸੰਪੂਰਨ ਵਿਦਿਆ ਅਤੇ ਸੁੱਖ ਸਮਰਿੱਧੀ ਦਾ ਬੀਜ ਹੈ। ਉਸਨੂੰ ਜਾਣ ਲੈਣ ਤੇ ਹੋਰ ਕੁਝ ਜਾਣਨਾ, ਉਸਨੂੰ ਪ੍ਰਾਪਤ ਕਰਕੇ ਹੋਰ ਕੁਝ ਪ੍ਰਾਪਤ ਕਰਨਾ ਬਾਕੀ ਨਹੀਂ ਰਹਿ ਜਾਂਦਾ। ਅੱਜ ਕੱਲ੍ਹ ਕਲਯੁਗ ਜ਼ਰੂਰ ਹੈ, ਪਰ ਕਲਯੁਗ ਵਿੱਚ ਵੀ ਗਾਇਤਰੀ ਦੀ ਉਪਾਸਨਾ ਕਰਨ ਨਾਲ ਉਹ ਸਭ ਕੁਝ ਮਿਲਦਾ ਹੈ ਜੋ ਭੀਸ਼ਮ ਪਿਤਾਮਹ ਨੇ ਯੁਧਿਸ਼ਠਰ ਨੂੰ ਦੱਸਿਆ ਸੀ, ਜੋ ਦੂਜੇ ਰਿਸ਼ੀਆਂ, ਯੋਗੀਆਂ ਅਤੇ ਮਹਾਮਾਨਵਾਂ ਨੇ ਦੱਸਿਆ ਸੀ, ਜੋ ਜਗਤ ਗੁਰੂ ਸ਼ੰਕਰਾਚਾਰਿਆ, ਮਹਾਰਿਸ਼ੀ ਗਾਂਧੀ, ਟੈਗੋਰ, ਤਿਲਕ, ਰਾਮ ਕ੍ਰਿਸ਼ਨ ਨੇ ਦੱਸਿਆ। ਉਹ ਝੂਠ ਨਹੀਂ ਹੋ ਸਕਦਾ। ਇਸ ਲਈ ਮੈਂ ਇਸ ਨੂੰ ਜੀਵਨ ਵਿੱਚ ਖੁਦ ਅਨੁਭਵ ਕਰਕੇ ਦੇਖਿਆ ਹੈ। ਮੈਂ ਕਹਿੰਦਾ ਹਾਂ ਉਹ ਸੱਚ ਹੈ। ਮਹਾਰਿਸ਼ੀ ਆਨੰਦ ਸਵਾਮੀ।
ਉਪਾਸਨਾ ਵਿੱਚ ਕੀਤੀ ਗਈ ਤਪੱਸਿਆ ਤੋਂ ਪਸੀਜ ਕੇ ਗਾਇਤਰੀ ਮਾਤਾ ਨੇ ਅਮੋਘ ਸਿੱਧੀ ਜਾਂ ਸਫਲਤਾ ਦਿੱਤੀ। ਇਹ ਭਾਵੁਕ ਭਗਤ ਦਾ ਦ੍ਰਿਸ਼ਟੀਕੋਣ ਹੈ। ਇਸ ਤੱਥ ਦਾ ਵਿਗਿਆਨਕ ਦ੍ਰਿਸ਼ਟੀਕੋਣ ਇਹ ਹੈ ਕਿ ਸਖਤ ਨਿਯਮ ਪਾਬੰਦੀਆਂ ਦੀ ਪਾਲਣਾ ਕਰਨ ਨਾਲ ਜੋ ਵਿਰੋਧਾਂ ਨੂੰ ਬਰਦਾਸ਼ਤ ਕਰਨ ਦੀ ਤਾਕਤ ਵਧੀ, ਉਸਨੇ ਮਨੋਬਲ ਦਾ ਵਿਕਾਸ ਕੀਤਾ। ਉਸਨੇ ਅੰਦਰੂਨੀ ਮਨ ਦੇ ਸੁੱਤੇ ਕੇਂਦਰਾਂ ਦੀ ਚੁੰਬਕਤਾ ਨੂੰ ਜਗਾਇਆ ਅਤੇ ਜਾਗਰਨ ਨੇ ਲੋੜੀਂਦੀਆਂ ਸਫਲਤਾਵਾਂ ਨੂੰ ਖਿੱਚ ਕੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ। ਗਾਇਤਰੀ ਸਾਧਨਾ ਤੋਂ ਗੰਦਗੀ ਦਾ ਪਰਦਾ ਹਟ ਜਾਂਦਾ ਹੈ ਅਤੇ ਰਾਖ ਨੂੰ ਹਟਾਉਣ ਨਾਲ ਜਿਵੇਂ ਅੰਗਾਰ ਆਪਣੇ ਸੁਲਗਦੇ ਰੂਪ ਵਿੱਚ ਦਿਖਾਈ ਦੇਣ ਲੱਗਦਾ ਹੈ, ਉਸੇ ਤਰ੍ਹਾਂ ਹੀ ਸਾਧਕ ਦੀ ਆਤਮਾ ਵੀ ਰਿੱਧੀ ਸਿੱਧੀ ਦੇ ਨਾਲ ਬ੍ਰਹਮ ਤੇਜ ਨਾਲ ਪ੍ਰਗਟ ਹੁੰਦੀ ਹੈ। ਯੋਗੀਆਂ ਨੂੰ ਜੋ ਲਾਭ ਲੰਮੇ ਸਮੇਂ ਤੱਕ ਕਸ਼ਟਦਾਈ ਤਪੱਸਿਆ ਕਰਨ ਨਾਲ ਮਿਲਦਾ ਹੈ, ਉਹੀ ਲਾਭ ਗਾਇਤਰੀ ਸਾਧਕਾਂ ਨੂੰ ਥੋੜੇ ਯਤਨਾਂ ਤੋਂ ਪ੍ਰਾਪਤ ਹੋ ਜਾਂਦਾ ਹੈ। ਗਾਇਤਰੀ ਸਤੋਗੁਣੀ ਸ਼ਕਤੀ ਹੈ। ਉਸਦਾ ਸਭ ਤੋਂ ਪਹਿਲਾ ਪ੍ਰਭਾਵ ਮਨੁੱਖ ਦੇ ਜਨਮਾਂ ਤੋਂ ਇਕੱਠੇ ਹੋਏ ਪਾਪ ਬੁਰੇ ਸੰਸਕਾਰਾਂ ਨੂੰ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਤਾਂ ਆਤਮਾ ਪਵਿੱਤਰ ਹੋ ਜਾਂਦੀ ਹੈ। ਤਦ ਹੀ ਉਸਦਾ ਕੋਈ ਵਿਸ਼ੇਸ਼ ਪ੍ਰਤੱਖ ਲਾਭ ਦਿਖਾਈ ਦਿੰਦਾ ਹੈ। ਜੋ ਪੁਰਬਲੇ ਜਨਮਾਂ ਦੇ ਜਮਾ ਮਾੜੇ ਸੰਸਕਾਰਾਂ ਦੇ ਨਸ਼ਟ ਹੋਏ ਬਿਨਾਂ ਥੋੜੀ ਜਿਹੀ ਸਾਧਨਾ ਦਾ ਤੁਰੰਤ ਲਾਭ ਲੈਣਾ ਚਾਹੁੰਦੇ ਹਨ, ਉਹਨਾਂ ਨੂੰ ਨਿਰਾਸ਼ ਹੋਣਾ ਪੈਂਦਾ ਹੈ। ਪਰ ਜੋ ਧੀਰਜ ਨਾਲ ਇਸ ਮਹਾਸ਼ਕਤੀ ਦੀ ਉਪਾਸਨਾ ਕਰਦੇ ਹਨ, ਉਹਨਾਂ ਨੂੰ ਮਿੱਠੇ ਫਲ ਜ਼ਰੂਰ ਪ੍ਰਾਪਤ ਹੁੰਦੇ ਹਨ। ਪੁਸਤਕ ਦੇ ਕੁਝ ਬਿੰਦੂ: ਗਾਇਤਰੀ ਦੁਆਰਾ ਸੰਪੂਰਨ ਦੁੱਖਾਂ ਨੂੰ ਦੂਰ ਕਰਨਾ, ਗਾਇਤਰੀ ਦਾ ਅਗਨੀ ਅਸਤਰ, ਗਾਇਤਰੀ ਉਪਾਸਨਾ ਦੀ ਸਿੱਧੀਆਂ, ਗਾਇਤਰੀ ਦੀ ਮੰਤਰ ਸਾਧਨਾ, ਪੁਰਬਲਾ ਜਨਮ ਮ੍ਰਿਤਿੂ ਗਿਆਨ ਇੱਛਾ ਮ੍ਰਿਤਿੂ। ਗਾਇਤਰੀ ਉਪਾਸਨਾ ਦੇ ਚੰਗੇ ਪਰਿਣਾਮ ਨਿਸ਼ਚਿਤ ਹਨ।